ओम शांति सत श्री अकाल जी। मैं अमरजीत कौर दुआ आप जी ਦੇ ਨਾਲ ਇੱਕ ਓਂਕਾਰ ਇੱਕ ਪਰਮਾਤਮਾ ਦੀ ਇਸ ਖੋਜ ਵਿੱਚ ਇਸ ਸੀਰੀਜ਼ ਦੇ ਵਿੱਚ ਜਪਜੀ ਸਾਹਿਬ ਦੇ ਅਸੀਂ ਉੱਤੇ ਗੌਰ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਐਕਸਪੀਰੀਅੰਸ ਕਰ ਰਹੇ ਹਾਂ ਤੇ ਅਸੀਂ ਮੂਲ ਮੰਤਰ ਨੂੰ ਵੀ ਸਮਝਿਆ, ਉਸ ਇੱਕ ਓਂਕਾਰ ਇੱਕ ਓंकार ਨੂੰ ਸਮਝਿਆ, ਉਸ ਪਰਮ ਪਿਤਾ ਨੂੰ ਸਮਝਿਆ, ਉਸ ਦੀ ਇੱਕ ਇੱਕ 9 ਸ਼ਬਦ ਮੂਲ ਮੰਤਰ ਦੇ ਵਿੱਚ ਇੱਕ ਇੱਕ ਸ਼ਬਦ ਨੂੰ ਵਿਚਾਰਿਆ, ਮਹਿਸੂਸ ਕੀਤਾ। ਪਹਿਲੀ ਪੌੜੀ ਦੇ 2 ਸਵਾਲ ਕਿ ਸੱਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ, ਤੇ ਫਿਰ ਆਪਾਂ ਅੱਗੇ ਚੱਲ ਕੇ ਗਾਵੇ ਤੇ ਫਿਰ ਉਸ ਦੀ ਸਿਫਤ, ਉਸ ਦੇ ਹੁਕਮ ਨੂੰ ਸਮਝਿਆ, ਗਾਵੇ ਨੂੰ ਸਮਝਿਆ ਜੋ ਅਸੀਂ ਸਾਰੇ ਗਾ ਰਹੇ ਹਾਂ ਉਸ ਦੀ। ਫਿਰ ਅਸੀਂ ਚੌਥੀ ਪੌੜੀ ਵਿੱਚ ਅੰਮ੍ਰਿਤ ਵੇਲਾ ਤੇ 2 ਹੋਰ ਮਤਲਬ ਕਿ ਉਸ ਦੀ ਅਸੀਂ ਦਰਗਾਹ ਵਿੱਚ ਕਿਵੇਂ ਜਾਈਏ, ਉਸ ਦੀ ਪਿਆਰ ਨੂੰ ਕਿਵੇਂ ਪਾਈਏ ਤੇ ਅਸੀਂ ਸਮਝੇ ਕਿ ਕਰਨਾ ਕੀ ਹੈ। ਅੰਮ੍ਰਿਤ ਵੇਲਾ ਉੱਠ ਕੇ ਉਸ ਦੇ ਨਾਲ ਲਿਵ ਲਗਾਉਣੀ, ਉਸ ਨੂੰ ਯਾਦ ਕਰਨਾ, ਉਸ ਦੇ ਨਾਲ ਯੋਗ ਕਰਨਾ। ਤੇ 5ਵੀਂ ਪੌੜੀ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜਿਸ ਦੇ ਵਿੱਚ ਅਸੀਂ ਗਹਿਰਾਈ ਨੂੰ ਸਮਝਿਆ ਕਿ ਉਸ ਨੂੰ ਥਾਪਿਆ ਨਹੀਂ ਜਾ ਸਕਦਾ, ਨਾ ਉਸ ਨੂੰ ਸਮਝਿਆ ਜਾ ਸਕਦਾ, ਉਹੀਓ ਹੀ ਆਪਣਾ ਗਿਆਨ ਦੇਗਾ ਤਾਂ ਅਸੀਂ ਸਮਝਾਂਗੇ। ਤੇ ਗੁਰਮੁਖ ਦੀ ਗੱਲ ਕੀਤੀ ਹੈ ਕਿ ਅਕਾਲ ਪੁਰਖ ਖੁਦ ਆਪਣੇ ਬਾਰੇ ਦੱਸਣਗੇ ਤਾਂ ਅਸੀਂ ਉਸ ਨੂੰ ਯਾਦ ਕਰ ਸਕਦੇ। ਉਹ ਖੁਦ ਆਪਣਾ ਪਰਿਚੈ ਕਰਦੇ ਨੇ ਬ੍ਰਹਮਾ ਦੁਆਰਾ, ਤਾਂ ਅਸੀਂ ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਇਆ ਅਸੀਂ ਕਹਿੰਦੇ ਹਾਂ। ਤੇ ਹੁਣ ਆਪਾਂ ਅੱਗੇ ਟੁਰੀਏ ਇਸ 5ਵੀਂ ਪੌੜੀ ਨੂੰ ਲੈ ਕੇ, ਪੂਰਾ 5ਵੀਂ ਪੌੜੀ ਇਕੱਠਾ ਰਿਪੀਟ ਕਰਾਂਗੇ ਤੇ ਫਿਰ ਲਾਸਟ 3 ਲਾਈਨਸ ਨੂੰ ਅਸੀਂ ਅੱਜ 5ਵੀਂ ਪੌੜੀ ਨੂੰ ਸਮਾਪਤ ਕਰਾਂਗੇ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਦਾਨ, ਗਾਵੀਏ ਸੁਣੀਏ ਮਨ ਰੱਖਿਆ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਮਨ ਨੂੰ ਅਸੀਂ ਖੁਸ਼ ਰੱਖਾਂਗੇ, ਸੁਖੀ ਰੱਖਾਂਗੇ, ਉਸ ਦੇ ਪਿਆਰ ਵਿੱਚ ਲੀਨ ਰੱਖਾਂਗੇ ਤੇ ਜ਼ਰੂਰ ਅਸੀਂ ਮਨ ਨੂੰ ਸ਼ਾਂਤੀ ਧਾਮ ਆਪਣਾ ਘਰ ਲੈ ਜਾ ਸਕਦੇ ਹਾਂ। ਫਿਰ ਅਸੀਂ ਖੁਸ਼ੀ ਰਹਾਂਗੇ, ਅਟਲ ਅਡੋਲ ਖੁਸ਼। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਏ, ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਹੀਂ, ਕਹਿਣਾ ਕਥਨ ਨ ਜਾਏ, ਗੁਰਾ ਇੱਕ ਦੇ ਬੁਝਾਏ, ਸਬਣਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਏ। ਇਹ ਲਾਸਟ ਸੈਂਟੈਂਸ ਤੋਂ ਬਹੁਤ ਕਲੀਅਰ ਹੈ, ਆਪ ਸਭ ਨੇ ਉਸ ਨੂੰ ਵੀ ਪਹਿਚਾਣਿਆ ਹੈ। ਸਬਣਾ ਜੀਆਂ ਕਾ ਇੱਕ ਦਾਤਾ, ਇਸ ਗੱਲ ਨੂੰ ਅਸੀਂ ਕਦੀ ਨਾ ਭੁੱਲੀਏ ਕਿ ਉਹ ਇੱਕੋ ਦਾਤਾ ਹੈ ਸਾਰੀ ਦੁਨੀਆ ਦੀ। ਉਹ ਇੱਕ ਓਂਕਾਰ ਇੱਕ ਹੀ ਹੈ। ਕ੍ਰਿਸਚੀਅਨ ਵਾਸਤੇ, ਮੁਸਲਮਾਨ ਵਾਸਤੇ, ਬੁੱਧਿਸਟ ਵਾਸਤੇ, ਕੋਈ ਵੀ ਇਨਸਾਨ ਹੋ ਤੇ ਉਸ ਇੱਕ ਅਕਾਲ ਪੁਰਖ ਹੀ ਹੈ, ਇੱਕੋ ਹੀ ਹੈ। ਬ੍ਰਹਮਾ ਕੁਮਾਰੀਜ਼ ਹੋ, ਕੋਈ ਵੀ ਹੋ, ਇੱਕ ਅਕਾਲ ਪੁਰਖ, ਇੱਕ ਪਰਮਾਤਮਾ ਹੀ ਹੈ ਸਾਰੇ ਵਾਸਤੇ। ਅਸੀਂ ਉਸ ਦੇ ਬੱਚੇ ਹਾਂ। ਸੋ ਮੈਂ ਵਿਸਰ ਨਾ ਜਾਏ, ਤੇ ਇਸ ਗੱਲ ਨੂੰ ਮੈਂ ਕਦੀ ਨਾ ਭੁੱਲਾਂ। ਇੰਗਲਿਸ਼ ਵਿੱਚ ਇਹਦੀ ਟਰਾਂਸਲੇਸ਼ਨ ਥੋੜ੍ਹਾ ਆਪਾਂ ਪੜ੍ਹੀਏ। ਪੋਇਟਿਕ ਰੂਪ ਵਿੱਚ ਲਿਖਿਆ ਗਿਆ, ਨਿਕਲਿਆ ਮਨੋਂ ਬਹੁਤ ਅੱਛੀ ਤਰ੍ਹਾਂ। Even were I to understand the I, ego or his order, there's no way I could even begin to explain, but merely dare ponder. Hey Sadguru, grant me that sense that I might understand and never forget that you are that one great giver of life and all at hand. ਜੇ ਅਸੀਂ ਹੋ ਜਾਣਾ, ਜੇ ਮੈਂ ਖੁਦ ਨੂੰ ਪਹਿਚਾਣਿਆ ਕਿ ਮੈਂ ਆਤਮਾ, ਖੁਦ ਆਪਣੇ ਆਪ ਨੂੰ ਪਹਿਚਾਣਿਆ ਤੇ ਆਪਣੀ ਹਉਮੈ ਨੂੰ ਵੀ ਪਹਿਚਾਣਿਆ ਕਿ ਮੈਂ ਇਸ ਸਰੀਰ ਵਿੱਚ ਰਹਿ ਰਹੀ ਹਾਂ ਤੇ ਇਸ ਸਰੀਰ ਵਿੱਚ ਮੈਂ ਫਸ ਜਾਂਦੀ ਹਾਂ, ਅਮਰਜੀਤ ਬਣ ਜਾਂਦੀ ਹਾਂ ਤੇ ਆਤਮਾ ਨੂੰ ਭੁੱਲ ਜਾਈਦਾ। ਤੇ ਮੈਂ ਆਤਮਾ ਨੂੰ ਵੀ ਸਮਝਿਆ, ਹਉ ਨੂੰ ਵੀ ਸਮਝਿਆ, ਈਗੋ ਨੂੰ ਵੀ ਸਮਝਿਆ। ਜੇ ਹੋ ਜਾਣਾ ਆਖਾ ਨਹੀਂ, ਕਹਿਣਾ ਕਥਨ ਨਾ ਜਾਏ, ਫਿਰ ਵੀ ਅਸੀਂ ਉਸ ਦੀ ਹੁਕਮ ਨੂੰ ਦੱਸ ਨਹੀਂ ਸਕਦੇ, ਕਥਨ ਨਾ ਜਾਏ। ਸਮਝ ਕੇ ਵੀ ਚੰਗੀ ਤਰ੍ਹਾਂ ਅਸੀਂ ਉਸ ਨੂੰ ਨਹੀਂ ਦੱਸ ਸਕਦੇ, ਉਹੀਓ ਦੱਸ ਸਕਦਾ।
इस वास्ते पिछली एपीसोड विच मैं मुरली दी जिक्र कीती, गुरबानी, गुरु दी गल, जपजी साहिब दी गल एकदम 100% गुरबानी गुरु तुर की बाणी है। पर अज दी दुनिया विच गुरु नानक नहीं हैगे, उन्हां दे वचन हैगे जो असी समझ रहे गहराई विच। पर इस नूं समझण वास्ते मैनू ब्रह्म ज्ञानियां दे कोल जाना पिया, साध बन के रूहानी राह ते उसकी गहराई दी ज्ञान समझना पई तां मैं गुरु दी गल नूं समझा। बिना ब्रह्म ज्ञानियां दे संगत, साध दी संगत, जो सुखमनी साहिब विच गुरबाणी विच कई जगह जिक्र कीता, असी गुरु नानक देव जी दे मन दी अवस्था नहीं समझ सकते। क्योंकि मैं कौन, मेरा मन दा अवस्था गुरु नानक वर्गा है ही नहीं, तो उसकी मन दी अवस्था तो किवें समझांगे। कोई हो जो मगर खुद अकाल पुरख जिहड़ा कि गुरु नानक नूं ही दे मूँह तो ही बोलिया, ओहिओ ही सानू दसे। क्योंकि ਉਹ ਗੁਰਮੁਖ ਵੀ, ਉਹ ਵੀ ਗੁਰਮੁਖ ਸਨ, क्योंकि ਉਹ ਉਸਦੇ ਮੁਖ ਤੋਂ ਗੁਰੂ ਨੇ ਖੁਦ ਬੋਲਿਆ, ਤੇ ਹੁਣ ਵੀ ਗੁਰੂ ਦੇ ਮੁਖ ਤੋਂ ਅਸੀਂ ਸੁਣਾਂਗੇ ਤਾਂ ਅਸੀਂ ਉਸ ਦੀ ਗੱਲ ਨੂੰ ਸਮਝਾਂਗੇ। ਪਰ ਫਿਰ ਵੀ ਗੁਰੂ ਕਹਿ ਰਹੇ ਕਹੀਂ ਕਥਨ ਨਾ ਜਾਏ, ਉਹ ਮਤਲਬ ਕਿ ਮੈਂ ਖੁਦ ਨਹੀਂ ਦੱਸ ਸਕਦਾ, ਉਹ ਅਖਵਾਏਗਾ ਤੇ ਮੈਂ ਬੋਲ ਸਕਣਾ। ਉਸ ਦੀ ਨਾਲ मैं आत्मा मिलांगी प्यार दे विच, उस दे नाल सिमरन करांगी योग विच, फिर मैं बोल पावांगी उसकी, वो बुलवाएगा, मैं खुद नहीं कुछ कर सकती। गुरा एक दे बुझाए। फिर गुरु जी ये याद दिलाउंदे कि एक गल कदी ना भूली, गुरा हे सतगुरु, गुरु नानक कह रहे हैं हे अकाल पुरख, एक दे बुझाए, एक गल मैं कदी ना भूला कि सबना जियां का एक दाता सो मैं विसर ना जाए। ये गुरु नानक देव जी बोल रहे ने कि वो विसर ना जाए। तो जदों असी पढ़ने तो साढ़े उत्ते लागू हो जाते। गुरबाणी की एक आ खामियत है, आ मतलब कि अहमियत है, वड्याई है, तरीका है कि जो फर्स्ट पर्सन विच लिखिया गया, जो गुरु नानक खुद बोल रहे हैं। जदों मैं पढ़नी हाँ, मैं नानक बन जानी हाँ, मैं गुरु नानक गुरु नहीं, मैं नानक बन जानी हाँ, तो मैं मेरे वास्ते वो लागू है। तो मैं पढ़ रही हाँ तो मैं विसर न जाए कि मैं आत्मा एक कदी ना भुल्ला कि वो एक दाता है, सबना जिया का एक दाता सो मैं विसर न जाए। ये मेरी गल बन जाती है, गुरु नानक दी गल मेरी गल बन जाती है। होर सारे गुरुआं दी गल गुरु ग्रंथ साहिब विच आउंदी है, वो भी मेरी गल बन जाती है। एक घड़ी ना विसरे तो कलयुग होता, मतलब जे एक घड़ी भी तू मेरे कोल विसर जाए तो मैं कलयुग विच आ जानी। क्योंकि अज दी दुनिया कलयुग है। पर जद एक एक क्षण दे विच जद मैं आत्मा बनकर आप जी नूं परमात्मा दे नाल समझ के मिल रही हाँ, तो उस हर एक क्षण दे विच मैं कलयुग तो निकल जानी हाँ, आप जी दे बेड़ी दे उत्ते बह जानी हाँ, कमल पुष्प बन जाने। जैसे जल में कमल अलेप, मैं भी इस किचड़ विच कमल बन जानी। लेकिन जद ये हर घड़ी दे विच जदों मैं आप जी नूं भुलिया, आप जी कोलों दूर होया, ते मैं बस चिक्कड़ विच समझो कलयुग विच वापस आ गए। 5 विकार मैनूं खा जांदी। इस वास्ते श्वास श्वास सिमरो गोबिंद, सांस सांस सिमरो गोबिंद, हर एक श्वास के नाल असी उसनूं याद करना है। क्योंकि एक घड़ी ना मिलते तो कलयुग होता, मतलब एक घड़ी भी जे मैं अकाल पुरख के नाल जुड़ी ना रहा तो मैं 5 विकार विच आ जानी हाँ। इस वास्ते असी इस साध विच हाँ, रूहानी राह विच हाँ, फिर भी असी गलतियां करते, क्योंकि उस क्षण में असी अकाल पुरख नूं विसारिया। तो असी रोज़ चेक करने, जो राह ते टुर पे हाँ तो फिर चेक करना पेगा अमृत वेला, फिर शक्ति लेनी, फिर माफ़ी मंगनी, फिर शुक्र करीदा है कि उन्होंने मेरा साथ नहीं छड्डिया। क्योंकि अकाल पुरख कदी किसी का साथ नहीं छड्डदा, वो हमेशा सदा लई सानू पकड़ के रखे। बस असी उसदे हथ ना छड्डिए, असी उसदे लिव दे विच, उसदे प्यार दे विच लवलीन होइए। असी उसदे राह, असी उसदे उसनूं समझिए, उसदे
ਰਾਹ ਪਰਮਾਰਥ 'ਤੇ ਟੁਰ ਪਈਏ। ਕੀ ਤੁਸੀਂ ਤਿਆਰ ਹੋ ਪਰਮਾਰਥ ਦੇ ਰਾਹ 'ਤੇ ਜਾਣ ਵਾਸਤੇ? ਕਿ ਤੁਹਾਡੇ ਵਿੱਚ ਵੈਰਾਗ ਜਾਗਿਆ? ਅੱਜ ਅਸੀਂ 5 ਪੌੜੀ ਕੰਪਲੀਟ ਕਰ ਬੈਠੇ ਹਾਂ। ਕਿ ਤੁਹਾਡੇ ਮਨ ਵਿੱਚ ਵੈਰਾਗ ਜਾਗਿਆ? ਕਿ ਤੁਸੀਂ ਜਗਿਆਸੂ ਬਣਨਾ ਚਾਹੁੰਦੇ ਹੋ? ਕਿ ਤੁਸੀਂ ਰੂਹਾਨੀ ਰਾਹ 'ਤੇ ਚੱਲਣ ਨੂੰ ਤਿਆਰ ਹੋ? ਜੇ ਅੱਜ ਨਹੀਂ ਤਿਆਰ ਤੇ ਅਗਲੇ ਕਿਸੇ ਦਿਨ ਜ਼ਰੂਰ ਤਿਆਰ ਹੋਗੇ, ਕਿਉਂਕਿ ਅਸੀਂ ਸਾਰੇ ਰੂਹ ਹੀ ਹੈ। ਜਾਣਾ ਕਿੱਥੇ? ਇਸ ਦੁਨੀਆ ਵਿੱਚ ਤੇ ਰਹਿਣਾ ਕੋਈ ਨਹੀਂ। ਆਪਾਂ ਸਾਰਿਆਂ ਨੇ ਇਸ ਸਰੀਰ ਨੂੰ ਛੱਡ ਕੇ ਜਾਣਾ ਹੈ ਤੇ ਜਾਣਾ ਕਿੱਥੇ? ਤੇ ਆਤਮਾ ਬਣ ਕੇ ਤੇ ਉਸ ਅਕਾਲ ਪੁਰਖ ਕੋਲ ਹੀ ਤੇ ਜਾਣਾ ਹੈ। ਤੇ ਕਿਉਂ ਨਾ ਇਸ ਸਰੀਰ ਵਿੱਚ ਰਹਿੰਦਿਆਂ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਦੁੱਖ ਨੂੰ ਛੱਡੀਏ ਤੇ ਸੁੱਖ ਨੂੰ ਕਰ ਲੈ ਜਾਈਏ। ਖੁਸ਼ੀ ਨਾਲ ਜੀਣਾ ਚਾਹੁੰਦੇ ਹਾਂ ਨਾ ਅਸੀਂ? ਇੱਕੋ ਤਰੀਕਾ ਹੈ, ਉਸ ਅਕਾਲ ਪੁਰਖ ਨੂੰ ਯਾਦ ਕਰਦਿਆਂ ਅਸੀਂ ਖੁਸ਼ੀ ਵਿੱਚ ਸੁੱਖ ਵਿੱਚ ਜੀ ਸਕਦੇ ਹਾਂ। ਪਰ 5ਵੀਂ ਪੌੜੀ ਵਿੱਚ ਗੱਲ ਆ ਗਈ ਗੁਰਮੁਖ ਦੀ, ਮਤਲਬ ਗੁਰੂ ਦੀ ਬਾਣੀ, ਗੁਰੂ ਦੀ ਗੱਲ, ਮੁਰਲੀ ਇਸ ਤਰ੍ਹਾਂ ਸੁਣਨਾ ਪਏਗਾ ਤਾਜ਼ੀ ਤਾਂ ਕਿ ਸਾਨੂੰ ਗੁਰੂ ਦੀ ਗੱਲ ਰੋਜ਼ ਅਸੀਂ ਸੁਣਾਂਗੇ ਤੇ ਅੰਮ੍ਰਿਤ ਵੇਲਾ ਉਠਾਂਗੇ। ਚੌਥੀ ਪੌੜੀ ਵਿੱਚ ਅੰਮ੍ਰਿਤ ਵੇਲਾ ਦੀ ਗੱਲ ਹੋਈ, ਜਿਸ ਦੇ ਵਿੱਚ ਅਸੀਂ ਵਡਿਆਈ ਤੇ ਵਿਚਾਰ ਕਰਨੀ ਹੈ। ਔਰ 5ਵੀਂ ਪੌੜੀ ਵਿੱਚ ਗੁਰਮੁਖ ਦੀ ਗੱਲ ਹੋਈ ਕਿ ਸਾਨੂੰ ਗੁਰਮੁਖ ਸੁਣਨੀ ਪਏਗੀ ਉਸ ਨੂੰ ਸਮਝਣ ਵਾਸਤੇ। ਤੇ ਉਸ ਇੱਕ ਨੂੰ ਸਮਝਣਾ ਕਿ ਅਸੀਂ ਸਾਰੇ ਉਸ ਦੇ ਬੱਚੇ ਹਾਂ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਮੈਂ ਜਦ ਸ਼ੁਰੂ ਬ੍ਰਹਮਾ ਕੁਮਾਰੀਜ਼ ਦੇ ਸੰਸਥਾ ਵਿੱਚ ਆਈ ਸਾਂ, ਮੈਨੂੰ ਲੱਗ ਰਿਹਾ ਸੀ ਕਿ ਇਹ ਹਿੰਦੂਆਂ ਦਾ ਹੈ, ਕਿਉਂਕਿ ਨਾ ਬ੍ਰਹਮਾ ਕੁਮਾਰੀਜ਼ ਬਹੁਤ ਹਿੰਦੂ ਵਰਗਾ ਲੱਗ ਰਿਹਾ। ਤੇ ਜਦੋਂ ਮੈਂ ਲਕਸ਼ਮੀ ਨਾਰਾਇਣ ਇਸ ਤਰ੍ਹਾਂ ਦੀਆਂ ਗੱਲਾਂ ਸੁਣਿਆ ਤੇ ਮੈਨੂੰ ਉਦੋਂ ਵੀ ਲੱਗ ਰਿਹਾ ਸੀ ਤੇ ਮੈਨੂੰ ਫੀਲ ਹੋਇਆ। ਪਰ ਕੀ ਹੋਇਆ? ਚਮਤਕਾਰ ਹੋਇਆ ਮੇਰੇ ਨਾਲ। ਉਸ ਵੇਲੇ ਮੈਂ ਗੁਰੂ ਨਾਨਕ ਨੂੰ ਪ੍ਰਤੱਖ ਮਹਿਸੂਸ ਕੀਤਾ ਔਰ ਉਹਨਾਂ ਨੇ ਮੇਰੇ ਸਿਰ ਨੂੰ ਇਸ ਤਰ੍ਹਾਂ ਮਾਰਿਆ ਤੇ ਮੈਨੂੰ ਜਾਗ ਆਈ ਤੇ ਉਹਨਾਂ ਨੇ ਮੈਨੂੰ ਬੋਲਿਆ ਮਨ ਵਿੱਚ, ਮੈਨੂੰ ਸੁਣਾਈ ਦਿੱਤਾ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਮਤਲਬ ਕਿ ਉਸ ਇੱਕ ਓਂਕਾਰ ਦੀ ਗੱਲ ਹੋ ਰਹੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਤੇ ਉਸ ਵੇਲੇ ਜੇ ਸਿੱਖ ਈਸਾਈ ਹੋਏ ਤੇ ਨਾ ਕੋਈ ਸਿੱਖ ਨਾ ਕੋਈ ਈਸਾਈ ਨਾ ਕੋਈ ਬੌਧ, ਅਸੀਂ ਸਾਰੇ ਉਸ ਇੱਕ ਦੇ ਬੱਚੇ ਹਾਂ। ਅਸੀਂ ਸਾਰੇ ਰੂਹ ਹਾਂ, ਅਸੀਂ ਸਾਰੇ ਆਤਮਾ ਉਸ ਇੱਕ ਪਰਮਾਤਮਾ ਦੇ ਬੱਚੇ ਹਾਂ। ਤੇ ਅਸੀਂ ਕੌਣ ਕਿਸੇ ਨੂੰ ਕਹਿਣ ਵਾਸਤੇ ਕਿ ਅਸੀਂ ਆਪਣੇ ਆਪ ਨੂੰ ਵੰਡਿਆ ਹੋਇਆ, ਬਟਵਾਰਾ ਕੀਤਾ ਹੋਇਆ ਆਪਣੇ ਆਪ। ਅਸੀਂ ਇੱਕ ਪਰਿਵਾਰ ਹਾਂ, ਆਪਣੇ ਆਪ ਨੂੰ ਬਟਵਾਰਾ ਕੀਤਾ ਹੋਇਆ ਕਿ ਮੈਂ ਆਤਮਾ ਨਾ ਤਾਂ ਪੁਰਖ ਹੈ ਨਾ ਇਸਤਰੀ। ਆਤਮਾ ਨਾ ਧਰਮ ਨੂੰ ਜਾਣਦਾ, ਇੱਕ ਧਰਮ ਜਾਣਦਾ। ਸੋ ਮੈਂ ਵਿਸਰ ਨਾ ਜਾਏ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਆਤਮਾ ਇਹੋ ਜਾਣਦੀ ਹੈ। ਆਤਮਾ ਨੂੰ ਸਮਝਣ ਵਾਸਤੇ, ਪਰਮਾਤਮਾ ਨੂੰ ਸਮਝਣ ਵਾਸਤੇ, ਉਸ ਦੀ ਗੁਣ, ਉਸ ਦੀ ਵਡਿਆਈ, ਉਸ ਦੇ ਹੁਕਮ ਵਿੱਚ ਚੱਲਣ ਵਾਸਤੇ ਉਸ ਨੂੰ ਸਮਝਣਾ ਪਏਗਾ ਤੇ ਆਪਣੇ ਆਪ ਨੂੰ ਸਮਝ ਪਏ। ਨਹੀਂ ਤੇ ਅਸੀਂ ਧੋਖਾ ਵਿੱਚ ਰਹਿ ਰਹੇ ਹਾਂ। ਜੇ ਅਸੀਂ ਆਪਣੇ ਆਪ ਨੂੰ ਆਤਮਾ ਨਹੀਂ ਸਮਝਿਆ, ਇਹ ਸਰੀਰ ਸਮਝਦੇ ਹਾਂ ਤੇ ਇਸ ਸਰੀਰ ਵਿੱਚ ਖੇਡ ਖੇਡ ਰਹੇ ਹਾਂ ਤੇ ਅਸੀਂ ਇਸ ਖੇਡ ਦੇ ਵਿੱਚ ਖੁਸ਼ ਹਾਂ, ਤੇ ਇਹਦਾ ਮਤਲਬ ਅਜੇ ਅਸੀਂ ਡਿੱਗੇ ਨਹੀਂ, ਅਜੇ ਅਸੀਂ ਉਸ ਹੱਦ ਤੱਕ ਨਹੀਂ ਪਹੁੰਚੇ ਕਿ ਜਾਂ ਸਾਨੂੰ ਵੈਰਾਗ ਆਏ ਤੇ ਰੱਬ ਦੀ ਸ਼ਕਤੀ ਦੀ ਲੋੜ ਹੈ। ਕਈ ਆਤਮਾ ਅਜੇ ਹਾਲੀ ਸ਼ਕਤੀਸ਼ਾਲੀ ਹੈ। ਜਿਹੜੇ ਆਤਮਾਏ ਦੇ ਥੋੜ੍ਹੇ ਜਨਮ ਹੋਏ ਨੇ ਉਹ ਅਜੇ ਸ਼ਕਤੀਸ਼ਾਲੀ ਆਤਮਾਏ ਨੇ। ਉਹਨਾਂ ਨੂੰ ਅਜੇ ਇੰਨਾ ਰੱਬੀ ਯਾਦ ਜਾਂ ਰੱਬੀ ਗਿਆਨ ਦੀ ਲੋੜ ਨਹੀਂ। ਪਰ ਮੈਨੂੰ ਲੋੜ ਹੈ। ਮੈਂ ਪੁਰਾਣੀ ਆਤਮਾ ਹਾਂ, ਕਿਉਂਕਿ ਮੈਨੂੰ ਫੀਲ ਹੁੰਦਾ ਹੈ ਕਿ ਮੈਨੂੰ ਰੱਬ ਤੋਂ ਬਿਨਾਂ ਮੈਂ ਰਹਿ ਨਹੀਂ ਸਕਦੀ, ਮੈਂ ਖੁਸ਼ ਹੀ ਨਹੀਂ ਰਹਿ ਸਕਦੀ। ਕਿਉਂਕਿ ਹਰ ਇੱਕ ਦਿਨ ਮੈਂ ਗੁਜ਼ਰਨੀ ਹਾਂ ਕੁਛ ਨਾ ਕੁਛ ਦੁਨੀਆ ਵਿੱਚ, ਪਰਿਵਾਰ ਵਿੱਚ, ਰਿਸ਼ਤੇ ਵਿੱਚ ਹੁੰਦੀ ਹੈ ਐਸੀ ਗੱਲਾਂ ਜਿਹੜਾ ਕਿ ਮੈਨੂੰ ਨੀਵੇਂ ਖਿੱਚਣਾ ਚਾਹੁੰਦੀ ਹੈ। ਪਰ ਮੈਂ ਫਟਾਫਟ ਸਿੱਖਿਆ ਹੋਇਆ ਹੈ ਅਤੇ ਪ੍ਰੈਕਟਿਸ ਕਰਦੀ ਹਾਂ ਉਸ ਅਕਾਲ ਪੁਰਖ ਨੂੰ ਜੋੜਨ ਦੀ, ਅਤੇ ਉਸੇ ਵਕਤ ਮੈਜਿਕਲੀ ਚਮਤਕਾਰ ਵਰਗਾ ਮੇਰਾ ਮਨ ਦੀ ਅਵਸਥਾ
फिर वापस ठीक हो जाती हाँ, फिर खुशी विच मैं आ जानी, आनंद विच आ जानी हाँ। अपने आप नू ड्रामा कि ये ड्रामा चल रहा है तो मैं ठीक हाँ, मैनू रब मिल गया, मैं रोज़ रब्बी ज्ञान सुननी हाँ, मुरली सुननी हाँ, अमृत वेला उठनी हाँ, तो हर क्षण कोशिश करनी हाँ रब नू याद करना कि मैं सही राह ते चल रही हाँ, तो वो मेरे कोल है, वो मेरी रक्षा कर रहे हैं। अंगीकार हो करे तेरा कारज सब सवारना, ये मैं महसूस कर दिया रोज़। कि तुसी महसूस करना चाहते हो कि अकाल पुरख हमेशा कोल है, जिसके सिर ऊपर तू स्वामी सो दुख कैसा पावे। जे उसके हत्थ साडे सिर दे उत्ते, जे असी उसनू उस दे नाल जुड़े हाँ तो फिर दुख क्यों होवे, कदी दुख हो ही नहीं सकता। जे जिंदगी विच दुख आउंदी है तो यदा मतलब हाली असी अकाल पुरख नू नहीं फड़िया, उसके हत्थ नू नहीं पकड़िया, रूहानी सफ़र ते नहीं निकलिया। ते जल्दी जागो, जागो मोहन प्यारे जागो, एक गुरु दी गल है। असी जागांगे, गुरु दे हत्थ पकड़ांगे, गुरु दी गल सुनांगे, उसते अमल करांगे, उस वर्गा बनन की कोशिश करांगे। हम नहीं चंगे बुरा नहीं कोई, इहो जे मन की अवस्था मिठत नीवी नानका, गुण चंगियाया तत सब गुण आप जी दे मेरे विच लियाउण की कोशिश करांगे। फिर असी कह सकने कि असी खुश हाँ। तो अपने आप नू चेक करना है कि मैं रेडी हाँ कि नहीं। जो शक्तिशाली आत्मा है हाली ਉਹਦੇ ਵਿੱਚ इन जिस तरह कि टैलीफोन अजी 80% या 50-60% है तो उन्होंने अजे रीचार्ज की लोड़ नहीं, प्लग पाने की लोड़ नहीं। इस तरह कई आत्मा हाली दूसरी जन्म तीसरी जन्म लै रहे हैं तो हाली उन्होंने शक्ति है, शायद अजे उन्होंने अकाल पुरख की नहीं लोड़। पर जे तुसी उस तरह की आत्मा हो, तुहानू लगदा है मैनू अकाल पुरख की लोड़ है, रब तो बिना मैं नहीं रह सकती, फिर तुसी मेरे वर्गा, क्योंकि मैं रब तो बिना नहीं रह सकती। तो ये गल मैं बोल के बहुत खुश हुन्नी हाँ, क्योंकि क्यों मैं अकेली रवां, मेरे कोल रब है। क्यों ये बड़ी खुशी की गल है कि मेरा रक्षा करन वाला सदा मेरे कोल है। तो मैनू ये गल ये जब मैं सिमरन करनी है, ये बाणी ये पंक्ति मैं हमेशा उच्चारनी है जो मैनू बहुत प्यारा लगता है। साजनड़ा मेरा साजनड़ा, निकट खलोईड़ा मेरा साजनड़ा। फिर असी बोलने वाह गुरु, वाहे गुरु मेरा वाहे गुरु, वाहे गुरु मेरा वाहे गुरु। फिर वाह निकलती है मुस्कुराहट के नाल कि तू मेरा साजन है, तू मेरा पिता है, तू मेरा माता है, तू मेरा बंधप है, तू मेरा भ्राता, तू मेरा सब कुछ है। फिर असी उसनू महसूस करते हाँ, उसके प्यार दे विच लवलीन हो जाने हाँ, ते उसनू प्यार दे विच कदी उसके हत्थ नू नहीं छड्डांगे, क्योंकि मैं ही डुब जाऊंगी जे मैं उसके हाथ नू छड्डिया। इस कलयुग विच मैं नहीं संभल सकती उस तो बिना। ते आओ चलिए, थैंक यू आप जी दा। अगली एपीसोड विच फिर मिलांगे एक ओंकार एक परम पिता परमात्मा नू समझण दी। हुण वास्ते वक़्त बिंदिया आप जी दी शुक्रिया, असी बहुत गहराई विच बहुत कुछ समझिया। थैंक यू बहुत बहुत। ओम शांति, सत श्री अकाल।